ਵੈਲਕਮ 10th ਕਲਾਸ। ਅੱਜ 13.2 ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਅਸੀਂ ਇਹਨਾਂ ਦੇ ਆਇਤਨਾਂ ਦੀ ਗੱਲਾਂ ਕਰਾਂਗੇ। ਪਿਛਲੇ ਅਸੀਂ 13.1 ਦੇ ਵਿੱਚ ਖੇਤਰਫਲਾਂ ਦੀ ਗੱਲਾਂ ਕੀਤੀਆਂ ਸੀ। ਅੱਜ ਸਿਰਫ ਆਇਤਨ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾ ਸਵਾਲ, ਇਹਦੇ ਵਿੱਚ ਸਾਨੂੰ ਸਾਰੇ ਆਇਤਨ ਦੇ ਫਾਰਮੂਲੇ ਆਉਣੇ ਚਾਹੀਦੇ ਆ। ਸਿਲੰਡਰ ਦਾ ਆਇਤਨ, ਸ਼ੰਕੂ ਦਾ ਆਇਤਨ, ਗੋਲੇ ਦਾ ਆਇਤਨ, ਅਰਧਗੋਲੇ ਦਾ ਆਇਤਨ, ਘਨਾਭ ਦਾ ਆਇਤਨ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਠੋਸ ਅਰਧਗੋਲੇ ਅਤੇ ਇੱਕ ਸ਼ੰਕੂਕਾਰ ਦਾ ਹੈ। ਇੱਕ ਠੋਸ ਅਰਧਗੋਲੇ ਦੇ ਉੱਤੇ ਸ਼ੰਕੂ ਬਣਿਆ ਹੋਇਆ। ਸਭ ਤੋਂ ਪਹਿਲਾਂ ਮੈਂ ਡਰਾ ਕਰਾਂਗੀ ਅਰਧਗੋਲਾ। ਇਹ ਅਰਧਗੋਲਾ ਡਰਾ ਹੋ ਗਿਆ। ਇਸ ਦੇ ਉੱਤੇ ਕੀ ਬਣਿਆ ਹੈ? ਸ਼ੰਕੂ। ਸ਼ੰਕੂ ਮਨੇ ਕੋਨ ਬਣਿਆ ਹੈ। ਸ਼ੰਕੂ ਦਾ ਬੇਸ ਤੇ ਇਹਦਾ ਆਧਾਰ ਇੱਕੋ ਹੀ ਚੀਜ਼ ਦੇ ਉੱਤੇ ਹੈ, ਜਿਸ ਦੇ ਅਰਧ ਵਿਆਸ 1 ਸੈਂਟੀਮੀਟਰ ਹੈ। ਅਰਧ ਵਿਆਸ ਅਸੀਂ 1 ਸੈਂਟੀਮੀਟਰ ਲਿਖਤਾ ਹੈ ਆਰ। ਉਸ ਤੋਂ ਬਾਅਦ ਸ਼ੰਕੂ ਦੀ ਉਚਾਈ ਉਸਦੇ ਅਰਧ ਵਿਆਸ ਦੇ ਬਰਾਬਰ ਹੈ। ਸ਼ੰਕੂ ਦੀ ਉਚਾਈ ਕਿੰਨੀ ਹੋਏਗੀ? ਉਚਾਈ ਦਾ ਮਤਲਬ ਇਹ ਵਾਲੀ ਉਚਾਈ ਹੈ। ਜੇ ਤਿਰਛਾ ਲਫਜ਼ ਨਹੀਂ ਹੈ ਤਾਂ ਐਚ ਕਿੰਨੀ ਦਿੱਤੀ ਹੈ? ਜਿੰਨੀ ਇਹਦੀ ਅਰਧ ਵਿਆਸ ਹੈ। ਇਹਦਾ ਅਰਧ ਵਿਆਸ ਵੀ ਇੱਕੋ ਹੀ ਹੈ, 1 ਸੈਂਟੀਮੀਟਰ। ਉਸ ਤੋਂ ਬਾਅਦ ਠੋਸ ਆਇਤਨ, ਅਸੀਂ ਇਹਦਾ ਵੋਲਿਊਮ ਪਤਾ ਕਰਨਾ ਹੈ। ਤਾਂ ਠੋਸ ਦਾ ਆਇਤਨ ਕਿਹਦੇ ਬਰਾਬਰ ਹੋਏਗਾ? ਠੋਸ ਦਾ ਆਇਤਨ ਵੋਲਿਊਮ ਆਫ ਸੋਲਿਡ। ਦੋ ਚੀਜ਼ਾਂ ਹੈ, ਇੱਕ ਅਰਧਗੋਲਾ ਹੈ, ਇੱਕ ਸ਼ੰਕੂ ਹੈ। ਤਾਂ ਲਿਖੋ ਵੋਲਿਊਮ ਆਫ ਕੋਨ ਪਲਸ ਵੋਲਿਊਮ ਆਫ ਹੈਮੀਸਫੀਅਰ। ਵੋਲਿਊਮ ਆਫ ਹੈਮੀਸਫੀਅਰ ਪੰਜਾਬੀ ਮੀਡੀਅਮ ਵਿੱਚ ਲਿਖਣਗੇ ਬੱਚੇ। ਵੋਲਿਊਮ ਆਫ ਸੋਲਿਡ ਕਿਹਦੇ ਬਰਾਬਰ ਹੋਏਗਾ? ਵੋਲਿਊਮ ਆਫ ਸੋਲਿਡ ਇਜ਼ ਇਕੁਅਲ ਟੂ ਵੋਲਿਊਮ ਆਫ ਕੋਨ ਪਲਸ ਵੋਲਿਊਮ ਆਫ ਹੈਮੀਸਫੀਅਰ। ਇੱਥੇ ਲਿਖਾਂਗੇ ਕੋਨ ਦਾ ਆਇਤਨ ਜਮਾ ਅਰਧਗੋਲੇ ਦਾ ਆਇਤਨ। ਵੋਲਿਊਮ ਆਫ ਸੋਲਿਡ ਕੀ ਹੋਏਗਾ? ਠੋਸ ਦਾ ਆਇਤਨ ਕਿਹਦੇ ਬਰਾਬਰ ਹੋਏਗਾ? ਵੋਲਿਊਮ ਆਫ ਕੋਨ ਜਿਹੜਾ ਹੈ, ਕੋਨ ਦਾ ਆਇਤਨ 1/3 ਪਾਈ ਆਰ ਸਕੁਏਅਰ ਐਚ ਪਲਸ ਵੋਲਿਊਮ ਆਫ ਕੋਨ 1/3 ਪਾਈ ਆਰ ਸਕੁਏਅਰ ਐਚ ਪਲਸ ਹੈਮੀਸਫੀਅਰ ਦਾ 2/3 ਪਾਈ ਆਰ ਕਿਊਬ। 1/3 ਪਾਈ ਨੂੰ ਇੱਦਾਂ ਹੀ ਰਹਿਣ ਦੇਣਾ ਹੈ। ਆਰ ਸਕੁਏਅਰ, ਆਰ 1 ਹੈ, ਐਚ ਕਿੰਨੀ ਹੈ? ਉਹ ਵੀ 1 ਹੈ, ਪਲਸ 2/3 ਪਾਈ ਆਰ ਕਿਊਬ। ਆਰ ਦੀ ਵੈਲਿਊ ਵੀ 1 ਹੈ। ਅਤੇ ਕਿੰਨਾ ਆ ਜਾਏਗਾ? 1/3 ਪਾਈ ਇਹ ਸਾਰੀ ਰਕਮ 1 ਨਾਲ 1 ਗੁਣਾ ਹੋ ਕੇ 1 ਹੀ ਰਹਿ ਜਾਣੀ ਹੈ, ਪਲਸ 2/3 ਪਾਈ। ਕਿਉਂਕਿ ਥੱਲੇ ਰਕਮਾਂ ਸੇਮ ਨੇ ਅਤੇ ਪਾਈ ਦੋਨਾਂ ਕੋਲ ਹੈ। ਦੀ 'ਚ 3 ਆ ਜਾਏਗਾ, 3 ਵੀ ਦੋਨਾਂ ਕੋਲ ਹੈ, ਪਾਈ ਵੀ ਦੋਨਾਂ ਕੋਲ ਹੈ, ਪਾਈ ਵੀ ਆ ਗਈ। 1 ਜਮਾ 2, 3 ਪਾਈ ਬਟਾ 3। 3 ਨਾਲ 3 ਕੱਟਿਆ ਜਾਏਗਾ ਅਤੇ ਕਿੰਨਾ ਆ ਜਾਏਗਾ? ਪਾਈ। ਇਹਦਾ ਮਤਲਬ ਵੋਲਿਊਮ ਜਿਹੜਾ ਹੈ ਇਸ ਦਾ ਪਾਈ ਹੈ, ਕਿਉਂਕਿ ਅਸੀਂ ਆਇਤਨ ਜਿਹੜਾ ਪਾਈ ਦੇ ਪਦਾਂ ਵਿੱਚ ਹੀ ਪਤਾ ਕਰਨਾ ਸੀ। ਇਜ਼ ਇਟ ਓਕੇ? ਨੈਕਸਟ ਸਮ ਦੇਖੋ। ਇੱਕ ਗੁਲਾਬ ਜਾਮੁਨ ਉਸਦੇ ਆਇਤਨ ਦੀ 30% ਚਾਸ਼ਨੀ ਹੁੰਦੀ ਹੈ। 45 ਗੁਲਾਬ ਜਾਮੁਨਾਂ ਵਿੱਚ ਕਿੰਨੀ ਚਾਸ਼ਨੀ ਹੋਵੇਗੀ ਜੇਕਰ ਹਰੇਕ ਗੁਲਾਬ ਜਾਮੁਨ ਵੇਲਣ ਆਕਾਰ ਦਾ ਹੈ? ਗੁਲਾਬ ਜਾਮੁਨ ਦੀ ਪਹਿਲੇ ਸ਼ੇਪ ਦੇਖੀਏ। ਗੁਲਾਬ ਜਾਮੁਨ ਵੇਲਣ ਆਕਾਰ ਦਾ ਹੈ। ਲਓ ਜੀ, ਵੇਲਣ ਬਣਾਤਾ। ਬਾਅਦ 'ਚ ਦੇਖਾਂਗੇ ਕੀ ਕਹਿ ਰਿਹਾ। ਜਿਸ ਦੇ ਸਿਰਿਆਂ 'ਤੇ ਅਰਧਗੋਲੇ ਹਨ। ਇਸ ਦੇ ਸਿਰਿਆਂ 'ਤੇ ਕੀ ਨੇ? 2 ਅਰਧਗੋਲੇ, ਜਿਵੇਂ ਦਵਾਈ ਦਾ ਕੈਪਸੂਲ ਸੀਗਾ ਪਿਛਲੇ ਐਕਸਰਸਾਈਜ਼ ਦੇ ਵਿੱਚ। ਇਸ ਦੀ ਲੰਬਾਈ 5 ਸੈਂਟੀਮੀਟਰ। ਇਸ ਦੀ ਲੰਬਾਈ ਕਿੰਨੀ ਹੈ ਟੋਟਲ? ਇੱਥੋਂ ਦੀ ਲੈ ਕੇ ਇੱਥੇ ਤੱਕ 5 ਸੈਂਟੀਮੀਟਰ। ਇਹ ਗੁਲਾਬ ਜਾਮੁਨ ਦੀ ਜਿਹੜੀ ਹੈ ਲੰਬਾਈ ਹੈ। ਅਤੇ ਇਸ ਦਾ ਵਿਆਸ ਜਿਹੜਾ ਹੈ 2.8 ਹੈ। ਵਿਆਸ ਆ ਰਿਹਾ ਡੀ ਹੈ 2.8। ਤੁਹਾਨੂੰ ਪਤਾ ਮੈਂ ਨਾਲ ਹੀ ਆਰ ਲਿਖ ਦਿੰਦੀ ਹਾਂ 1.4। 14 ਦੂਣਾ 28। ਇਜ਼ ਇਟ ਓਕੇ? ਤਾਂ ਸਭ ਤੋਂ ਪਹਿਲਾਂ ਆਪਾਂ ਨੂੰ
क्योंकि ਆਪਾਂ ਇਹਦਾ ਆਇਤਨ ਪਤਾ ਕਰਨਾ ਹੈ, ਆਪਾਂ ਨੂੰ ਸਿਲੰਡਰ ਦੀ ਹਾਈਟ ਜ਼ਰੂਰ ਚਾਹੀਦੀ ਹੈ। ਸਭ ਤੋਂ ਪਹਿਲਾਂ ਇਹਦੀ ਐਚ ਵੀ ਕੱਢ ਕੇ ਰੱਖ ਲਓ। ਐਚ ਆਫ ਸਿਲੰਡਰ ਕਿੰਨੀ ਹੋਏਗੀ? ਇੱਥੋਂ 1.4 ਅਰਧ ਵਿਆਸ ਹੈ, ਜਿੰਨਾ ਇਹਦਾ ਅਰਧ ਵਿਆਸ ਉਨੀ ਗੋਲੇ ਦੀ ਉਚਾਈ। 1.4 ਇੱਧਰੋਂ ਮਾਈਨਸ ਹੋ ਜਾਏਗਾ, 1.4 ਇੱਧਰੋਂ ਮਾਈਨਸ ਹੋ ਜਾਏਗਾ। ਸਿਲੰਡਰ ਦੀ ਉਚਾਈ ਕਿੰਨੀ ਹੋਏਗੀ? 5 ਵਿੱਚੋਂ ਮਾਈਨਸ ਕਰ ਦੇਣਾ ਹੈ 1.4 ਇਹ, 1.4 ਇਸ ਵਾਲੇ ਅਰਧ ਗੋਲੇ ਦੀ ਉਚਾਈ, ਅਤੇ 5 ਮਾਈਨਸ 2.8 ਜੋ ਤੁਸੀਂ ਇਹਨੂੰ ਮਾਈਨਸ ਕਰੋਗੇ ਤਾਂ 2.2 ਆ ਜਾਏਗਾ। 5.0 ਦੇ ਵਿੱਚੋਂ 2.8 ਮਾਈਨਸ ਕਰਕੇ 2.2 ਸੈਂਟੀਮੀਟਰ ਆ ਜਾਏਗਾ। 5 ਨੂੰ 5.0 ਲਿਖ ਸਕਦੇ ਹੋ, ਤਾਂ ਇਹਨੂੰ ਪੁਆਇੰਟ ਜਿਨ੍ਹਾਂ ਬੱਚਿਆਂ ਨੂੰ ਨਹੀਂ ਆਉਂਦਾ ਮਾਈਨਸ ਕਰਨਾ 5.0 ਚੋਂ 2.8 ਘਟਾ ਲੈਣਗੇ। ਤਾਂ ਸਿਲੰਡਰ ਦੀ ਉਚਾਈ ਕਿੰਨੀ ਆ ਗਈ? 2.2। ਤਾਂ ਚਲੋ ਇਹਦਾ ਵੋਲਿਊਮ ਕੱਢੀਏ। ਗੁਲਾਬ ਜਾਮਨ ਵੇਲਣ ਆਕਾਰ ਦਾ ਹੈ ਅਤੇ ਇੱਦਾਂ ਹੈ। ਇਸਦੀ ਗੁਲਾਬ ਜਾਮਨ ਵਿੱਚ ਉਸਦੇ ਆਇਤਨ ਦੀ 30% ਚਾਸ਼ਨੀ ਹੁੰਦੀ ਹੈ, ਅਤੇ ਅਸੀਂ 45 ਗੁਲਾਬ ਜਾਮਨਾਂ ਵਿੱਚ ਚਾਸ਼ਨੀ ਪਤਾ ਕਰਨੀ ਹੈ। ਪਹਿਲੇ ਆਪਾਂ ਦੇਖਣਾ ਹੈ ਕਿ ਗੁਲਾਬ ਜਾਮਨ ਦਾ ਆਇਤਨ ਕਿੰਨਾ ਹੈ। ਵੋਲਿਊਮ ਆਫ ਗੁਲਾਬ ਜਾਮੁਨ, ਗੁਲਾਬ ਜਾਮੁਨ, ਗੁਲਾਬ ਜਾਮੁਨ ਦਾ ਆਇਤਨ। ਗੁਲਾਬ ਜਾਮੁਨ ਦਾ ਆਇਤਨ ਬੇਟਾ ਤਿੰਨ ਚੀਜ਼ਾਂ ਨਾਲ ਬਣੇਗਾ। 1 2 3 ਪਾਰਟ ਨੇ ਇਹਦੇ। ਅਰਧਗੋਲੇ ਭਾਗ 1, ਭਾਗ 2 ਅਤੇ ਭਾਗ 3 ਦਾ ਆਇਤਨ। ਪਹਿਲਾ ਭਾਗ ਕੀ ਹੈ? ਅਰਧਗੋਲੇ। ਅਰਧਗੋਲੇ ਦਾ ਆਇਤਨ ਹੁੰਦਾ ਹੈ, ਪਹਿਲਾ ਭਾਗ ਅਰਧਗੋਲਾ ਹੈ 2/3 ਪਾਈ ਆਰ ਕਿਊਬ, ਪਲੱਸ ਦੂਜਾ ਭਾਗ ਕੀ ਹੈ? ਸਿਲੰਡਰ। ਸਿਲੰਡਰ ਦਾ ਆਇਤਨ ਹੁੰਦਾ ਹੈ ਪਾਈ ਆਰ ਸਕੇਅਰ ਐਚ, ਪਲੱਸ ਫਿਰ ਥਰਡ ਕੀ ਹੈ? ਆਇਤਨ ਹੈ ਅਰਧਗੋਲਾ 2/3 ਪਾਈ ਆਰ ਕਿਊਬ। ਅਤੇ ਇਹ ਦੋਨੋਂ ਪਿੰਕ ਵਾਲਿਆਂ ਨੂੰ ਜੋੜ ਕੇ 2/3 ਪਾਈ ਆਰ ਕਿਊਬ ਕੀ ਬਣ ਜਾਊਗਾ? 4/3 ਪਾਈ ਆਰ ਕਿਊਬ, ਪਲੱਸ ਪਾਈ ਆਰ ਸਕੇਅਰ ਐਚ। ਹੁਣ ਵੈਲਿਊ ਭਰ ਲਓ। 4/3 ਪਾਈ ਆਰ ਕਿੰਨਾ ਹੈ ਬੇਟੇ? 1.4 ਨੂੰ 3 ਵਾਰੀ, ਆਰ ਕਿਊਬ ਹੈ ਇਹਦੇ ਸਿਰ 'ਤੇ 3 ਹੈ, ਅਤੇ 1.4 ਨੂੰ 3 ਵਾਰੀ। ਫਿਰ ਜਮ੍ਹਾਂ ਪਾ ਕੇ ਪਾਈ ਦੀ ਵੈਲਿਊ ਕਿੰਨੀ ਹੈ? 22/7। ਆਰ ਕਿੰਨਾ ਹੈ? 1.4 ਨੂੰ 2 ਵਾਰੀ, ਆਰ ਸਕੇਅਰ ਹੈ, ਗੁਣਾ ਫਿਰ ਐਚ ਕਿੰਨਾ ਹੈ? ਆਪਾਂ ਕੱਢਿਆ 2.2। ਤਾਂ ਉਸ ਤੋਂ ਬਾਅਦ ਤੁਸੀਂ ਕਰੋਗੇ ਜਿਹੜੀ ਉੱਪਰ ਥੱਲੇ ਵਾਲੀ ਆ 10 ਥੱਲੇ ਆ ਜਾਏਗਾ, 10 ਥੱਲੇ, ਇਹ ਵਾਲਾ 10 ਥੱਲੇ। 7 × 7 7 ਦੂਣੀ 14, ਇਸ ਤਰ੍ਹਾਂ। ਇਜ਼ ਇਟ ਓਕੇ? ਤਾਂ ਉੱਪਰ ਕੀ ਬਚ ਗਿਆ ਹੈ? 4 ਗੁਣਾ 22 ਗੁਣਾ 2 ਗੁਣਾ 14 ਗੁਣਾ 14 ਬਟਾ नीचे की बचा है 3 गुना 10 गुना 10 गुना 10। जमा इस तरह ही इधर की आएगा 22/7 गुना 1.4 ਨੂੰ 14/10, फिर अगला 1.4 ਉਹਨੂੰ भी 14/10 लिख लिया, 2.2 ਨੂੰ 22/10, 7 × 7 7 दूनी 14। ਇੱਥੇ ਕੀ ਬਚੇਗਾ? 22 गुना 2 गुना 14 गुना 22 बटा 10 गुना 10 गुना 10। ये रकम तुसी मल्टीप्लाई करके लिख लो दोनों नू उपर। 22 चौका होया 88, 14 दूना 28 गुना 14, 3 गुना 10 नू 3 बार गुना किया 1000। तो इन्हों का उत्तर आ जाएगा बेटे कैलकुलेट करके इस तरह। बेटा आप इन्हों सॉल्व करांगे, तिनों गुना करके 34,496 है, इन्होंने उपर वाले सारे गुना करके 13,552 आया। इनू मैं 3000 ਨਾਲ डिवाइड किया 11.5 के करीब आंसर आएगा, तो इनू 3 अखर मूरे पॉइंट लगा के 13.552 आता। वैसे मैं 13.5 ले लिया। तो इन्होंने दोनों को जोड़ के आयतन कितना आएगा गुलाब जामुन का? ये गुलाब जामुन का वॉल्यूम आएगा 25 सेंटीमीटर क्यूब। इज इट ओके? तो इस उन्हें पहले ही कहा है भी जिन्ना गुलाब जामुन का आयतन है 25 सेंटीमीटर क्यूब, उसकी
30% ਚਾਸ਼ਨੀ ਜਿਹੜੀ ਹੈ ਗੁਲਾਬ ਜਾਮੁਨ ਦੇ ਵਿੱਚ ਹੈ। ਤਾਂ ਚਾਸ਼ਨੀ ਦਾ ਆਇਤਨ ਕੱਢਣਾ ਹੈ, ਕਿਉਂਕਿ ਅਸੀਂ ਚਾਸ਼ਨੀ 45 ਗੁਲਾਬ ਜਾਮੁਨਾਂ ਦੀ ਪਤਾ ਕਰਨੀ ਕਿੰਨੀ ਚਾਸ਼ਨੀ ਹੈ। ਤਾਂ ਇੱਥੇ ਅਸੀਂ ਇੱਕ ਗੁਲਾਬ ਜਾਮੁਨ ਵਿੱਚ ਚਾਸ਼ਨੀ ਦਾ ਆਇਤਨ ਅਸੀਂ ਇੱਕ ਗੁਲਾਬ ਜਾਮੁਨ ਦੀ ਗੱਲ ਕਰਾਂਗੇ ਵੀ ਚਾਸ਼ਨੀ ਦਾ ਆਇਤਨ ਪਤਾ ਕਰਨ ਜਾ ਰਹੇ ਹਾਂ। ਨੈਕਸਟ ਪਾਰਟ ਜਿਹੜਾ ਮੈਂ ਤੁਹਾਨੂੰ ਨੈਕਸਟ ਪੇਜ 'ਤੇ ਕਰਕੇ ਦਿਖਾ ਰਹੀ ਹਾਂ। ਇੱਕ ਗੁਲਾਬ ਜਾਮੁਨ ਵਿੱਚ ਚਾਸ਼ਨੀ ਦਾ ਆਇਤਨ ਜਿੰਨਾ ਗੁਲਾਬ ਜਾਮੁਨ ਦਾ ਆਇਤਨ ਹੈ ਉਹਦਾ 40%। ਗੁਲਾਬ ਜਾਮੁਨ ਦਾ ਆਇਤਨ ਹੈ 25 ਅਤੇ ਉਹਦਾ 40% ਜਿਹੜਾ ਹੈ ਚਾਸ਼ਨੀ ਦਾ ਆਇਤਨ ਹੈ। 0 ਨਾਲ 0 ਕੱਟੀ ਗਈ, ਸੌਰੀ 30% ਹੈ। 0 ਨਾਲ 0 ਕੱਟੀ ਗਈ। 75 25 ਦੀ 75 ਬਟਾ 10 7.5 ਸੈਂਟੀਮੀਟਰ ਕਿਊਬ ਇੰਨਾ ਚਾਸ਼ਨੀ ਦਾ ਆਇਤਨ ਹੈ। ਤਾਂ 45 ਗੁਲਾਬ ਜਾਮੁਨਾਂ ਵਿੱਚ ਕਿਹਾ 45 ਗੁਲਾਬ ਜਾਮੁਨ ਵਿੱਚ ਕਿੰਨੀ ਹੋਏਗੀ ਚਾਸ਼ਨੀ ਦਾ ਆਇਤਨ? पंताली गुलाब जामुन ਵਿੱਚ ਚਾਸ਼ਨੀ, ਇਹਨੂੰ 45 ਨਾਲ ਗੁਣਾ ਕਰ ਦਾਂਗੇ। 45 ਗੁਣਾ 7.5 ਇਹਨੂੰ ਗੁਣਾ ਕਰਕੇ ਤੁਹਾਡੇ ਕੋਲ ਉੱਤਰ ਆਏਗਾ ਬੇਟੇ 45 ਗੁਲਾਬ ਜਾਮੁਨਾਂ ਵਿੱਚ ਇਹਨੂੰ ਗੁਣਾ ਕਰਕੇ 337.5। ਇੰਗਲਿਸ਼ ਮੀਡੀਅਮ ਵਾਲੇ ਲਿਖ ਲੈਣਗੇ ਵੋਲੀਅਮ ਆਫ ਸ਼ੂਗਰ ਸਿਰਪ ਇਨ 1 ਗੁਲਾਬ ਜਾਮੁਨ। ਵੋਲੀਅਮ ਆਫ ਸ਼ੂਗਰ ਸਿਰਪ in 1 ਗੁਲਾਬ ਜਾਮੁਨ ਕਿੰਨਾ ਹੈ? 25 ਨੂੰ 25 ਦਾ 30%। 25 ਇੱਕ ਗੁਲਾਬ ਜਾਮੁਨ ਦਾ ਉਹਦੇ 30% ਚੀਨੀ ਹੈ। 30 ਗੁਣਾ 100 ਤਾਂ 30 ਬਟਾ 100 0 0 ਕੱਟੀ ਗਈ 3 ਬਟਾ 10 ਆ ਗਿਆ। 25 ਦੀ 75 ਬਟਾ 10 ਤਾਂ ਸ਼ੂਗਰ ਸਿਰਪ ਵੋਲੀਅਮ ਆਫ ਸ਼ੂਗਰ ਸਿਰਪ ਇਨ 45 ਗੁਲਾਬ ਜਾਮੁਨ। ਇਜ਼ ਇਟ ਓਕੇ? ਤਾਂ ਇਹ ਇੰਪੋਰਟੈਂਟ ਸਮ ਸੀਗਾ। ਹੁਣ ਜਿਹੜਾ ਸਵਾਲ ਮੈਂ ਕਰਾਉਣ ਜਾ ਰਹੀ ਵੈਰੀ ਵੈਰੀ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਸਮਝੋ। ਇੱਕ ਇਹਦੇ ਵਿੱਚ ਦੱਸਿਆ ਗਿਆ ਇੱਕ ਪੈਨ ਸਟੈਂਡ, ਇੱਕ ਕਲਮਦਾਨ ਹੈ ਜਿਹੜਾ ਕਿ ਘਨਾਬ ਆਕਾਰ ਦਾ ਬਣਿਆ ਹੋਇਆ ਸੀਗਾ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ। ਆਪਾਂ ਘਨਾਬ ਇਸ ਤਰ੍ਹਾਂ ਬਣਾਉਂਦੇ ਹਾਂ ਅਤੇ ਇਹ ਲੱਕੜੀ ਦਾ ਬਣਿਆ ਹੋਇਆ ਸੀਗਾ ਪੂਰਾ। ਇਸਦੇ ਵਿੱਚ ਨਾ ਪੈਨ ਰੱਖਣ ਲਈ 4 ਗੱਡੇ ਕੀਤੇ ਗਏ ਸ਼ੰਕੂ ਆਕਾਰ ਦੇ ਗੱਡੇ ਕੀਤੇ ਗਏ ਹੈ। ਉੱਪਰੋਂ ਸਰਕਲ ਨਜ਼ਰ ਆਏਗਾ ਲੇਕਿਨ ਅੰਦਰੋਂ ਜਦੋਂ ਕੱਢਿਆ ਗਿਆ ਹੈ ਤਾਂ ਤਿਕੋਨਾ ਇਸ ਤਰ੍ਹਾਂ 2 ਉੱਪਰੋਂ 3 ਨੀਚਿਓਂ 3 ਇਸ ਤਰ੍ਹਾਂ 4 ਗੱਡੇ ਕੀਤੇ ਗਏ ਤਾਂ ਕਿ ਇਹਨਾਂ ਵਿੱਚ ਪੈਨਸਲਾਂ ਜਿਹੜੀਆਂ ਰੱਖੀਆਂ ਜਾਣ। 2 3 4 ਇਸ ਠੀਕ ਹੈ। ਅਤੇ ਘਨਾਬ ਦੀ ਭੁਜਾਵਾਂ ਕਿੰਨੀਆਂ ਨੇ? 15 ਗੁਣਾ 10 ਗੁਣਾ 3.5 ਮਤਲਬ ਲੰਬਾਈ 15 ਸੈਂਟੀਮੀਟਰ ਹੈ ਘਨਾਬ ਦੀ, ਚੌੜਾਈ 10 ਹੈ। ਆਹ ਚੌੜਾਈ 10 ਸੈਂਟੀਮੀਟਰ ਅਤੇ ਉਚਾਈ ਜਿਹੜੀ ਹੈ 3.5 ਦਿੱਤੀ ਹੋਈ ਹੈ। ਇਹਦੇ ਵਿੱਚੋਂ ਗੱਡੇ ਕੀਤੇ ਗਏ ਹੈ ਤਾਂ ਹਰੇਕ ਗੱਡੇ ਦਾ ਅਰਧ ਵਿਆਸ ਜਿਹੜਾ ਆਹ ਗੱਡਾ ਕੀਤਾ ਗਿਆ ਇਹ ਸ਼ੰਕੂਕਾਰ ਦਾ ਹੈ। ਅਤੇ ਸ਼ੰਕੂਕਾਰ ਦਾ ਅਰਧ ਵਿਆਸ ਮਤਲਬ ਸ਼ੰਕੂ ਮੈਂ ਅਲੱਗ ਬਣਾ ਦਿੰਦੀ ਹਾਂ, ਗੱਡਾ ਬਣਾ ਦਿੰਦੀ ਹਾਂ ਅਲੱਗ ਪੈਨਸਲ ਰੱਖਣ ਲਈ। ਜਿਹੜਾ 6 ਕੀਤੇ ਗਏ ਇਹਦੇ ਵਿੱਚ ਉਹਦਾ ਅਰਧ ਵਿਆਸ ਕਿੰਨਾ ਹੈ? 0.5 ਸੈਂਟੀਮੀਟਰ ਅਤੇ ਡੂੰਘਾਈ ਕਿੰਨੀ ਹੈ? 1.4 ਡੂੰਘਾਈ ਮਤਲਬ ਸਿੱਧੀ ਉਚਾਈ। ਇਹ ਕਿੰਨੀ ਹੈ? HA ਦੀ 1.4 ਸੈਂਟੀਮੀਟਰ। ਤਾਂ ਕਹਿੰਦਾ ਹੈ ਪੂਰੇ ਕਲਮਦਾਨ ਦਾ ਆਇਤਨ ਪਤਾ ਕਰੋ। ਫਾਈਂਡ ਦਾ ਵੋਲੀਅਮ ਆਫ ਪੈਨ ਸਟੈਂਡ। ਅਸੀਂ ਇਸ ਪੈਨ ਸਟੈਂਡ ਦਾ ਆਇਤਨ ਪਤਾ ਕਰਨਾ ਹੈ। ਵੈਸੇ ਤਾਂ ਘਨਾਬ ਦਾ ਆਇਤਨ ਸੀਗਾ, ਤਿੰਨਾਂ ਨੂੰ ਗੁਣਾ ਕਰ ਦਿੰਦੇ ਘਨਾਬ ਦਾ ਆਇਤਨ ਆ ਜਾਣਾ ਸੀ ਪੈਨ ਸਟੈਂਡ ਦਾ, ਲੇਕਿਨ ਇਹਦੇ ਵਿੱਚ 4 ਸ਼ੰਕੂਆਂ ਦਾ ਆਇਤਨ ਕੱਢ ਦੇਣਾ ਪਏਗਾ ਕਿਉਂਕਿ 4 ਜਿਹੜੇ ਸ਼ੰਕੂ ਕੱਢ ਲਏ ਗਏ ਹੈ, ਇਹਨਾਂ ਦੀ ਸ਼ੇਪ ਬਣਾਈ ਗਈ ਅੰਦਰੋਂ। ਇਹ ਇਸ ਤਰ੍ਹਾਂ ਦੇ 4 ਸ਼ੰਕੂ ਕੱਢ ਲਏ ਗਏ ਹੈ ਪੈਨਸਲ ਰੱਖਣ ਲਈ। ਤਾਂ ਲਿਖੋ ਵੋਲੀਅਮ ਆਫ ਪੈਨ ਸਟੈਂਡ। ਵੋਲੀਅਮ ਆਫ ਪੈਨ ਸਟੈਂਡ ਕਿਵੇਂ ਨਿਕਲੇਗਾ? ਕਲਮਦਾਨ ਦਾ ਆਇਤਨ ਉਹ ਕਿਹਦੇ ਬਰਾਬਰ ਹੋਏਗਾ? ਕਲਮਦਾਨ ਦਾ ਆਇਤਨ ਬਰਾਬਰ ਕਿਹਦੇ ਹੋਏਗਾ? ਚਲੋ ਜੀ, ਵੋਲੀਅਮ ਆਫ ਕਿਊਬੋਇਡ
क्यूबॉइड घनाभ दा आयतन विच माइनस कर देना है 4 शंकुआं दा आयतन। 4 गड्ढे कड्ढे गए, 4 शंकुआं दा आयतन माइनस करना है। जे खेत्रफल कढ़ना हुंदा ते असीं इहदा खेत्रफल घनाभ दा खेत्रफल जमा 4 शंकुआं दा खेत्रफल कर देंदे। इज इट ओके? तां हुण वॉल्यूम ऑफ क्यूबॉइड माइनस 4 वॉल्यूम ऑफ 4 कोन्स। तो घनाभ दा आयतन थानूं पता ही है, L गुना B गुना H हुंदा है। 15 गुना LBH। ये ऑलरेडी मैं पहला ही LBH अद्धे लिखे हुए है 3.5 माइनस 4 मल्टीप्लाई बाय एक शंकु का आयतन कितना होंदा है 1/3 पाई आर स्केयर एच होंदा है तो 4 का कितना हो गया 4 गुना 1/3 पाई आर स्केयर एच। तो यदा बटा 10 आ गया थले 10 ना 10 कट्टे गया 15 गुना 35 माइनस 4/3 4 एकम 4 पाई कितना लेना 22/7 आर स्केयर कितना है देखो अर्ध व्यास 0.5 ही दिता सी 0.5 गुना 0.5 गुना ऊंचाई कितनी दी है 1.4 आ 1.4 ऊंचाई दी हुई सी ਇਹਦਾ बटा 10 ਇਹਦਾ बटा 10 ਤੇ ਇਹ वाला पॉइंट हटा के बटा 10 ਤਾਂ ਕਿੰਨਾ आ गया 7 दूनी 14। इस तरह ਆਪਾਂ ਕੱਟ ਲੈਣਾ ਹੈਗਾ ਥੱਲੇ वाली तीनों वाले कोई भी रकम कट्टी नहीं जा सकती 5 एकम 5 5 दूनी 10 2 एकम 2 11 दूना 22 देखो 2 दूनी 4 2 5 10 5 नाल आ वाला 5 कट्टिया गया तो इन्हों गुना कर लूँगे ਆਪਾਂ इन्हों गुना करांगे 15 गुना 35 बेटा 525 आ गया वो चो घटा देना है इत्थे की बचा 2 बचा फिर 11 बचा होया 11 फिर की बचा फिर 2 बचा है थले की बचा हैगा 10 बचा होया तो एक 3 बचा होया तो 525 चो घटाना है 11 दूना 22 दूना 44/30 तो 44/30 तुसीं पॉइंटा च बदल लो पहला ही 44/30 ऐदा बदल सकते हो 30 एकम 30 14 बचे पॉइंट लगा के 0 4 30 120 20 बचे 1.4 तो 125 चो 1.4 घटाओगे तुसीं किमें घटाना है देख लो कई बच्चों नहीं पता देखो ये 525 को कोई पॉइंट नहीं है लेकिन ये 1.4 है तो पॉइंट के मगर कितना अक्षर है ये तो आप इन्हों एक पॉइंट वाला बना देंगे 0.0 लगा के घटाने किन्ने 1.4 पॉइंट की रकम पॉइंट तो बाद ही लिखी जाएगी 10 च 4 गए 6 उससे की रह गया 4 4 च गए 3 तो इस तरह तुसीं माइनस करके दिखा सकते हो 523/23.6 सेंटीमीटर क्यूब। इज इट ओके? आई होप थानू ये सवाल समझ आ गया होएगा ये वेरी इंपॉर्टेंट सीगा। थैंक यू।